वाहिगुरू जी का खालसा वाहिगुरू जी की फतेह। Welcome once again my dear students in the social science class. Today we will continue read our third chapter of economics, money and credit. We will discuss further more topic from the chapters. So let's start our lesson with the topic loan activities of a bank. In this paragraph we will discuss how a bank provide loan to the customer and why the people take loan from the banks. ਬੈਂਕਸ ਵੱਲੋਂ ਜੋ ਲੋਨ ਦਿੱਤਾ ਜਾਂਦਾ ਹੈ ਉਹ ਪੈਸਾ ਬੈਂਕਸ ਨੂੰ ਕਿਸੇ ਗੌਰਮੈਂਟ ਵੱਲੋਂ ਜਾਂ ਕਿਸੇ ਹੋਰ ਅਥਾਰਟੀ ਵੱਲੋਂ ਪ੍ਰੋਵਾਈਡ ਨਹੀਂ ਕੀਤਾ ਜਾਂਦਾ। ਇਹ ਪੈਸਾ ਉਹੀ ਹੁੰਦਾ ਹੈ ਜੋ ਅਸੀਂ ਲੋਕਾਂ ਨੇ ਬੈਂਕਸ ਵਿੱਚ ਜਮ੍ਹਾਂ ਕਰਵਾਇਆ ਜਾਂਦਾ ਹੈ। ਬੈਂਕਸ ਸਾਡੇ ਵੱਲੋਂ ਜਮ੍ਹਾਂ ਕਰਵਾਏ ਗਏ ਪੈਸੇ ਵਿੱਚੋਂ ਸਿਰਫ 15% ਪੈਸੇ ਆਪਣੇ ਕੋਲ ਰੱਖਦੀ ਹੈ ਔਰ ਬਾਕੀ ਸਾਰਾ ਪੈਸਾ ਜਿਹੜਾ ਹੈ ਉਹ ਲੋਨ ਦੇ ਰੂਪ ਵਿੱਚ ਦੂਸਰੇ ਕਸਟਮਰ ਨੂੰ ਦੇ ਦਿੰਦੀ ਹੈ। ਅਗਰ ਸਾਡੇ ਵਿੱਚੋਂ ਕੁਝ ਪੀਪਲਸ ਜਮ੍ਹਾਂ ਕਰਵਾਏ ਗਏ ਪੈਸੇ ਵਿੱਚੋਂ ਕੁਝ ਪੈਸੇ ਕਢਵਾਉਣ ਜਾਂਦੇ ਆ, ਵਿਡਰਾਉਣ ਕਰਨ ਜਾਂਦੇ ਆ ਬੈਂਕਸ ਵਿੱਚ, ਤਾਂ ਬੈਂਕਸ ਵੱਲੋਂ ਜੋ 15% ਪੈਸਾ ਆਪਣੇ ਕੋਲ ਰੱਖਿਆ ਹੁੰਦਾ ਹੈ ਉਸ ਵਿੱਚੋਂ ਪੈਸੇ ਆਪਣੇ ਕਸਟਮਰ ਨੂੰ ਮੰਗ ਦੇ ਅਨੁਸਾਰ, ਡਿਮਾਂਡ ਦੇ ਅਨੁਸਾਰ ਦੇ ਦਿੱਤੇ ਜਾਂਦੇ ਆ। ਆਪਣੇ ਕਸਟਮਰ ਲਈ ਵਿਡਰਾਉਣ ਲਈ ਸਿਰਫ 15% ਬੈਂਕਸ ਪੈਸੇ ਇਸ ਕਰਕੇ ਰੱਖਦੀਆਂ ਨੇ ਕਿਉਂਕਿ ਵਿਡਰਾਉਣ ਕਰਵਾਉਣ ਵਾਸਤੇ ਕਈ ਦਿਨਾਂ ਵਿੱਚ ਬਹੁਤ ਸਾਰੇ ਲੋਕ ਜਾਂਦੇ ਨੇ ਬੈਂਕ ਵਿੱਚ, ਪਰ ਕੁਝ ਦਿਨ ਉਲਟਾ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਦਿਨਾਂ ਦੇ ਵਿੱਚ ਘੱਟ ਹੀ ਲੋਕ ਜਿਹੜਾ ਵਿਡਰਾਉਣ ਕਰਵਾਉਣ ਵਾਸਤੇ ਜਾਂਦੇ ਨੇ, ਘੱਟ ਹੀ ਲੋਕ ਪੈਸੇ ਕਢਵਾਉਂਦੇ ਨੇ। ਜਿਸ ਦਿਨ ਕਸਟਮਰ ਨਹੀਂ ਆਉਂਦੇ ਪੈਸੇ ਵਿਡਰਾਉਣ ਕਰਨ, ਉਸ ਦਿਨ ਵੀ ਜੋ ਪੈਸੇ ਫਿਰ ਸੇਵ ਹੋਏ ਹੁੰਦੇ ਆ ਉਹ ਉਸ ਦਿਨ ਯੂਜ਼ ਹੋ ਜਾਂਦੇ ਜਿਸ ਦਿਨ ਕਸਟਮਰ ਜ਼ਿਆਦਾ ਆ ਜਾਣ ਵਿਡਰਾਉਣ ਕਰਵਾਉਣ ਵਾਸਤੇ। ਸੋ ਇਸ ਤਰ੍ਹਾਂ 15% ਐਵਰੇਜ ਦੇ ਨਾਲ ਬੈਂਕਸ ਆਪਣੇ ਕੋਲ ਪੈਸਾ ਰੱਖਦੀਆਂ ਨੇ ਜਿਸ ਦੇ ਨਾਲ ਆਪਣੇ ਕਸਟਮਰ ਦੀ ਉਹ ਡਿਮਾਂਡ ਪੂਰੀ ਕਰ ਲੈਂਦੀਆਂ ਨੇ। ਥਰਡ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਸਾਨੂੰ ਕਈ ਵਰਕ ਕਰਨ ਵਾਸਤੇ ਲੋਨ ਦੀ ਜ਼ਰੂਰਤ ਪੈਂਦੀ ਹੈ। ਜਿਵੇਂ ਅਸੀਂ ਕੋਈ ਐਗਰੀਕਲਚਰ ਦਾ ਵਰਕ ਕਰਦੇ ਹਾਂ, ਟਰਾਂਸਪੋਰਟ ਦਾ ਕਰਦੇ ਹਾਂ, ਟ੍ਰੇਡ ਦਾ ਵਰਕ ਕਰਦੇ ਹਾਂ ਜਾਂ ਕੋਈ ਸ਼ੌਪ ਕਰਦੇ ਹਾਂ। ਅਜਿਹੇ ਬਿਜ਼ਨਸ ਨੂੰ ਐਕਸਟੈਂਡ ਕਰਨ ਵਾਸਤੇ ਜਾਂ ਇਸ ਦਾ ਬੈਲੈਂਸ ਮੇਨਟੇਨ ਕਰਨ ਵਾਸਤੇ ਸਾਨੂੰ ਲੋਨ ਦੀ ਜ਼ਰੂਰਤ ਪੈ ਜਾਂਦੀ ਹੈ। ਸੋ ਅਜਿਹੀਆਂ ਨੀਡਸ ਨੂੰ ਪੂਰਾ ਕਰਨ ਵਾਸਤੇ ਅਸੀਂ ਬੈਂਕ ਦੇ ਕੋਲੋਂ ਲੋਨ ਲੈ ਸਕਦੇ ਹਾਂ। ਬੈਂਕਸ ਸਾਨੂੰ ਜੋ ਲੋਨ ਦੇ ਤੌਰ 'ਤੇ ਪੈਸਾ ਦਿੰਦੀਆਂ ਨੇ, ਇਹ ਪੈਸਾ ਉਹਨਾਂ ਲੋਕਾਂ ਦਾ ਹੁੰਦਾ ਹੈ ਜਿਨ੍ਹਾਂ ਦੇ ਕੋਲ ਵਾਧੂ ਧਨ ਹੁੰਦਾ ਹੈ, ਸਰਪਲਸ ਧਨ ਹੁੰਦਾ ਹੈ, ਔਰ ਦਿੰਦੀਆਂ ਉਹਨਾਂ ਲੋਕਾਂ ਨੂੰ ਆ ਜਿਨ੍ਹਾਂ ਦੇ ਕੋਲ ਪੈਸਾ ਘੱਟ ਹੁੰਦਾ ਹੈ, ਜਿਨ੍ਹਾਂ ਨੂੰ ਪੈਸੇ ਦੀ ਲੋੜ ਆ। ਇਸ ਤਰ੍ਹਾਂ ਬੈਂਕਸ ਸਰਪਲਸ ਪੈਸੇ ਵਾਲੇ ਲੋਕਾਂ ਅਤੇ ਪੈਸੇ ਦੀ ਨੀਡ ਵਾਲੇ ਲੋਕਾਂ ਵਿਚਕਾਰ ਇੰਟਰਮੀਡੀਏਟ ਦਾ ਕੰਮ ਕਰਦੀਆਂ, ਵਿਚੋਲਗੀ ਦਾ ਕੰਮ ਕਰਦੀਆਂ ਕਿ ਸਰਪਲਸ ਵਾਲੇ ਪਰਸਨ ਦੇ ਪੈਸੇ ਆਪਣੀ ਰਿਸਪੌਂਸਿਬਿਲਿਟੀ ਦੇ ਉਸ ਪਰਸਨ ਨੂੰ ਪ੍ਰੋਵਾਈਡ ਕਰਦੇ ਨੇ ਜਿਸ ਨੂੰ ਪੈਸਿਆਂ ਦੀ ਨੀਡ ਹੋਵੇ। ਨੈਕਸਟ ਪੁਆਇੰਟ ਵਿੱਚ ਐਕਸਪਲੇਨ ਕੀਤਾ ਗਿਆ ਹੈ ਕਿ ਬੈਂਕਸ ਜੋ ਲੋਨ ਸਾਨੂੰ ਪ੍ਰੋਵਾਈਡ ਕਰਦੀਆਂ ਨੇ, ਲੋਨ ਸਾਨੂੰ ਦਿੰਦੀਆਂ ਨੇ, ਉਸ ਉੱਤੇ ਹਾਈ ਇੰਟਰਸਟ ਲਗਾਇਆ ਜਾਂਦਾ ਹੈ ਕਿ ਕਾਫੀ ਵਿਆਜ ਲਗਾਇਆ ਜਾਂਦਾ ਹੈ। ਇਸ ਦੇ ਰਿਵਰਸ ਜੋ ਪੈਸਾ ਅਸੀਂ ਖੁਦ ਬੈਂਕ ਦੇ ਵਿੱਚ ਜਮ੍ਹਾਂ ਕਰਦੇ ਹਾਂ, ਬੈਂਕਸ ਸਾਨੂੰ ਉਸ ਪੈਸੇ ਦੇ ਉੱਪਰ ਇੰਟਰਸਟ ਰਿਵਰਸ ਦੇ ਵਿੱਚ ਘੱਟ ਦਿੰਦੀਆਂ ਨੇ। ਸੋ ਜਦੋਂ ਅਸੀਂ ਲੋਨ ਲੈਂਦੇ ਹਾਂ ਉਦੋਂ ਸਾਨੂੰ ਬੈਂਕ ਨੂੰ ਜ਼ਿਆਦਾ ਇੰਟਰਸਟ ਪੇ ਕਰਨਾ ਪੈਂਦਾ ਹੈ। ਇਹਦੇ ਰਿਵਰਸ ਜਦੋਂ ਅਸੀਂ ਖੁਦ ਡਿਪੋਜ਼ਿਟ ਕਰਵਾਉਂਦੇ ਹਾਂ ਉਹਦੇ ਰਿਵਰਸ ਸਾਨੂੰ ਘੱਟ ਇੰਟਰਸਟ ਪ੍ਰਾਪਤ ਹੁੰਦਾ ਹੈ। ਇੰਟਰਸਟ ਦੇ ਵਿਚਕਾਰ ਜੋ ਇਹ ਡਿਫਰੈਂਸ ਆਉਂਦਾ ਹੈ ਇਹ ਵੀ ਬੈਂਕ ਦਾ ਇੱਕ ਇਨਕਮ ਦਾ ਵਰਕ ਕਰਦਾ ਹੈ। ਇਸ ਨੂੰ ਅਸੀਂ ਇੱਕ ਐਗਜ਼ਾਮਪਲ ਦੇ ਨਾਲ ਕਲੀਅਰ ਕਰਦੇ ਹਾਂ। ਮੰਨ ਲਓ ਕਿ ਅਸੀਂ ਬੈਂਕ ਦੇ ਕੋਲੋਂ ਲੋਨ ਲਿਆ, ਬੈਂਕ ਨੇ ਸਾਨੂੰ ਆਖਿਆ ਕਿ ਇਸ ਲੋਨ ਦੇ ਉੱਪਰ ਅਸੀਂ ਤੁਹਾਡੇ ਕੋਲੋਂ 2% ਦੇ ਹਿਸਾਬ ਨਾਲ ਇੰਟਰਸਟ ਲਵਾਂਗੇ। ਉਸ ਤੋਂ ਬਾਅਦ ਇੱਕ ਪਰਸਨ ਬੈਂਕ ਦੇ ਵਿੱਚ ਪੈਸੇ ਡਿਪੋਜ਼ਿਟ ਕਰਵਾ ਕੇ ਆਇਆ। ਉਸ ਪਰਸਨ ਨੂੰ ਡਿਪੋਜ਼ਿਟ ਕਰਵਾਉਣ 'ਤੇ ਬੈਂਕ ਨੇ ਆਖਿਆ ਕਿ ਅਸੀਂ ਤੁਹਾਨੂੰ ਇਸ ਡਿਪੋਜ਼ਿਟ ਕੀਤੇ ਗਏ ਪੈਸੇ ਦੇ ਉੱਪਰ 1% ਇੰਟਰਸਟ ਦੇਵਾਂਗੇ। ਸੋ ਜਦੋਂ ਅਸੀਂ ਲੋਨ ਲਿਆ 2% ਦੇ ਨਾਲ ਬੈਂਕ ਨੇ ਦਿੱਤਾ, ਜਦੋਂ ਅਸੀਂ ਆਪਣੇ ਪੈਸੇ ਜਮ੍ਹਾਂ ਕਰਵਾਏ ਬੈਂਕ ਨੇ ਆਖਿਆ ਕਿ ਅਸੀਂ 1% ਇਹਦਾ ਰਿਵਰਸ ਵਿਆਜ ਦੇਵਾਂਗੇ। ਸੋ 1% ਜੋ ਹੁਣ ਵਿੱਚ ਡਿਫਰੈਂਸ ਆ ਜਾਂਦਾ ਹੈ 2 - 1, ਇਹੀ 1% ਬੈਂਕ ਦੀ ਇਨਕਮ ਹੈ। ਨੈਕਸਟ ਪੁਆਇੰਟ ਵਿੱਚ ਦੱਸਿਆ ਗਿਆ ਹੈ ਕਿ ਡਿਪੋਜ਼ਿਟ ਮਨੀ ਐਂਡ ਲੋਨ ਮਨੀ ਉੱਪਰ ਲੱਗਣ ਵਾਲੇ ਇੰਟਰਸਟ ਵਿਚਕਾਰ ਜੋ ਡਿਫਰੈਂਸ ਹੈ, ਇਹੀ ਇੰਟਰਸਟ ਦਾ ਜੋ ਡਿਫਰੈਂਸ ਹੈ ਬੈਂਕ ਦੀ ਇਨਕਮ ਹੈ ਔਰ ਇਸ ਇਨਕਮ ਨੂੰ ਫਰਦਰ ਬੈਂਕਸ ਵੱਲੋਂ ਲੋਨ ਪ੍ਰੋਵਾਈਡ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਟੌਪਿਕ ਅਸੀਂ ਸਟਾਰਟ ਕਰਨਾ ਹੈ ਟੂ ਡਿਫਰੈਂਟ ਕ੍ਰੈਡਿਟ ਸਿਚੁਏਸ਼ਨਸ। ਮੀਨਸ ਕਰਜ਼ ਲੈਣ ਦੀਆਂ ਦੋ ਵੱਖ-ਵੱਖ ਸਥਿਤੀਆਂ। ਇਹ 2 ਸਿਚੁਏਸ਼ਨ ਰੀਡ ਕਰਨ ਤੋਂ ਪਹਿਲਾਂ ਸਾਨੂੰ ਇੱਥੇ ਕ੍ਰੈਡਿਟ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਜਿਸ ਦਾ ਮੀਨਿੰਗ ਹੈ ਕਿ ਕ੍ਰੈਡਿਟ ਮੀਨਸ ਲੋਨ ਇੱਕ ਸਮਝੌਤਾ ਹੈ ਜੋ ਕਿ ਲੈਂਡਰ ਉਧਾਰ ਦੇਣ ਵਾਲੇ ਅਤੇ ਬੋਰੋਅਰ ਉਧਾਰ ਲੈਣ ਵਾਲੇ ਵਿਚਕਾਰ ਕੀਤਾ ਜਾਂਦਾ ਹੈ।
इस समझौते के अनुसार लैंडर वालों अपनी मनी गुड्स कोई चीज़ां ਜਾਂ कोई सर्विस इस शर्त ते दी जाती है बरोर नूं कि वह फ्यूचर दे विच उधार लिया गया पैसा सर्विस ਜਾਂ गुड्स वापस कर देगा। Let us now read two different situations in which two different persons take loan to fulfill their needs। फर्स्ट एग्जाम्पल आती है साडे कोल फैसटिवल सीजन, जिस विच एक्सप्लेन किया गया है कि 2 महीने बाद फैसटिवल सीजन आने वाला है। एक पर्सन है जिसका नाम है सलीम, जो कि शू मेकिंग का काम करता है। उसनों एक वड्डे व्यापारी वालों ट्रेडर वालों 3000 पेयर्स ऑफ शूज बनाने का ऑर्डर दिता गया है अते कहा गया है कि यह ऑर्डर तू मैनू 1 महीने में तैयार करके दे। 1 मंथ में इन्नी ज़्यादा प्रोडक्शन करने वास्ते हुण सलीम वालों कुछ नवे वर्करस अपनी दुकान के उपर रखे गए ने जो कि उसके शूज स्टिच करके देणगे। इस तो इलावा नवे शूज तैयार करने उसने न्यू रॉ मटीरियल लैदर एक्सैक्ट्रा भी खरीदना है। अपने न्यू वर्कर ਅਤੇ खरीदे गए रॉ मटीरियल का खर्च पूरा करने वास्ते सलीम ने लैदर प्रोवाइडर के नाल संपर्क किया ਅਤੇ कहा कि तू हुण मैनू लैदर दे मैं 1 महीने बाद तेरे पैसे रिटर्न कर देवांगा। सैकेंड प्रोमिस उसने किया ट्रेडर के नाल जिसने ऑर्डर किया सी। उसनू कहा कि तू मैनू 3000 पेयर शूज का ऑर्डर किया है, तू इस विचों मैनू 1000 पेयर शूज के पैसे एडवांस में दे बाकी 2000 के पैसे उदों दे देना जदों मैं तेरा ऑर्डर तैयार करके तेनू दे देवांगा। 1 मंथ बीतन तो बाद सलीम ने यह ऑर्डर तैयार करके उस ट्रेडर नू दे दिता, जिस दे नाल उसनू काफ़ी प्रॉफिट होया। उसने एडवांस विच जो लैदर वाले को समान लिया सी रॉ मटीरियल उसके पैसे भी रिटर्न कर दिते। जो न्यू वर्कर रखे सन उन्हां दी पेमेंट करन तो बाद भी काफ़ी सेविंग हो गई, मतलब लोन लैके भी वो परसन प्रॉफिट विच रहा। सैकेंड एग्जाम्पल साडे कोल आ जाती है स्वप्नास प्रॉब्लम। इस विच एक्सप्लेन किया गया है कि स्वप्ना एक स्मॉल फार्मर है जिसके कोल 3 एकड़ जमीन है जिस विच वो ग्राउंडनट्स की फसल तैयार करती है। इस फसल की बिजाई ते होने वाले खर्चे नूं पूरा करने वास्ते वो एक मनी लैंडर कोलों कर्जे लै लैंदी है। मनी लैंडर कौन होंदे है? जो साडी जमीन गहने रख के सानू पैसे दे देण। सो इस तरह उसने लोन लैके अपनी जमीन दे विच फसल बीज दित्ती, पर मिडवे दे विच जाके की होया कि उसकी फसल नूं कीड़े पैणे शुरू हो गए। उसने पैसटीसाइड्स लैके स्प्रे भी की, पर फिर भी उसकी फसल जिहड़ी वो फेल हो गई, फसल उसकी खराब हो गई। उसने तो कर्ज इस इच्छा के नाल लिया सी कि मेरी जो फसल हो जाएगी मैं ये पैसे मनी लैंडर रिटर्न कर देवांगी, पर हुण उसकी फसल पूरी तरह खराब हो गई, जिस करके वो मनी लैंडर का कोई भी पैसा रिटर्न ना कर सकी। नैक्सट ईयर फिर उन्हें कल्टीवेशन करने वास्ते होर फ्रैश लोन लै लिया, पर इस साल भी फसल जिहड़ी खराब होने तो बच गई, पर उसकी प्रोडक्शन झाड़ कोई ज़्यादा वधिया ना निकलिया। उसकी फसल नॉर्मल ही रही, जिस करके वो पुराना लिया गया लोन रिटर्न करने वास्ते असमर्थ सी। इस तरह यह किसान औरत करजे के चक्कर में फस गई। इस करजे के चक्कर में निकलने वास्ते उसनूं अपनी जमीन का कुछ पार्ट जिहड़ा वो सेल करना पिया ताकि वो अपना करजा जिहड़ा क्लीयर कर सके। इस तरह असीं देखते हाँ कि फर्स्ट एग्जाम्पल में जिस परसन ने लोन लिया सी उस परसन नूं बैनीफिट हो गया। सैकेंड टाइम सिचुएशन अलग सी, जिस विच स्वप्ना नूं जिहड़ा इह लोन का नैगेटिव इफैक्ट होया, सगों उसनूं बैनीफिट की जगह अपनी जमीन का कुछ पार्ट वेच के जिहड़ा ये कर्ज रिटर्न करना पिया। नैक्सट साडे कोल आ जांदा है इंपोर्टेंस ऑफ क्रेडिट फॉर फार्मर इन रूरल एरियाज। मीनस कि पेंडू इलाके विच किसानां वास्ते कर्ज की की महत्ता है। फर्स्ट पॉइंट विच एक्सप्लेन किया गया है कि क्रॉप बीजन तो पहला किसान जो उसने बीज के उपर फर्टिलाइजर के उपर पैसटीसाइड स्प्रेयां के उपर खर्चा करना होंदा है, जां कोई अपनी मोटर का इलैक्ट्रिसिटी कोई रिपेयरमेंट कराउणी होंदी है, अजिहे काम पूरे करने वास्ते लोन लैंदा है। सैकेंड पॉइंट में दसा गया है कि फार्मर वालों जो इक्विपमेंट खरीदे जाते हैं या रिपेयर किए जाते हैं जां कोई फर्टिलाइजर एक्सट्रा खरीदियां जांदियां ने, इन्हां दे विचकार अते फसल सेल करन तक 3 ਜਾਂ 4 महीने का समा बनता है। मीनस किसान यह कर्ज 3 ਜਾਂ 4 महीने वास्ते लैंदा है। थर्ड पॉइंट में दसा गया है कि मोस्टली फार्मर्स वालों
ਫਸਲ ਜਦੋਂ ਉਸਨੇ ਬੀਜਣੀ ਹੁੰਦੀ ਹੈ ਸਟਾਰਟਿੰਗ ਦੇ ਵਿੱਚ ਉਦੋਂ ਲੋਨ ਲਿਆ ਜਾਂਦਾ ਹੈ। ਜਦੋਂ ਆਪਣੀ ਫਸਲ ਮੰਡੀ ਦੇ ਵਿੱਚ ਸੇਲ ਕਰ ਦਿੰਦਾ ਹੈ ਉਦੋਂ ਇਸ ਦੀ ਰੀਪੇਮੈਂਟ ਕਰ ਦਿੱਤੀ ਜਾਂਦੀ ਹੈ। ਪਰ ਜੇਕਰ ਕੋਈ ਫਾਰਮਰ ਸੁਪਨਾ ਵਾਂਗ ਫਸਲ ਫੇਲ ਹੋਣ ਦਾ ਕਰਕੇ ਕਰਜ਼ ਜਿਹੜਾ ਮੋੜਨ ਵਿੱਚ ਅਸਮਰੱਥ ਹੋ ਜਾਵੇ ਤਾਂ ਇਸ ਤਰ੍ਹਾਂ ਉਹ ਲਗਾਤਾਰ ਫਿਰ ਡੈਬਟ ਟ੍ਰੈਪ ਦੇ ਵਿੱਚ ਜਕੜਿਆ ਜਾਂਦਾ ਹੈ, ਮਤਲਬ ਕਰਜ਼ੇ ਦੇ ਜਾਲ ਵਿੱਚ ਫਸ ਜਾਂਦਾ ਹੈ। ਨੈਕਸਟ ਟੌਪਿਕ ਹੈ ਸਾਡੇ ਕੋਲ ਟਰਮਸ ਆਫ ਕ੍ਰੈਡਿਟ ਕਿ ਕਰਜ਼ੇ ਦੀਆਂ ਸ਼ਰਤਾਂ। ਇਹ ਉਹ ਸ਼ਰਤਾਂ ਹੁੰਦੀਆਂ ਹਨ ਜੋ ਬੋਰੋਵਰ ਇੱਕ ਪੈਸੇ ਉਧਾਰ ਲੈਣ ਵਾਲੇ ਵੱਲੋਂ ਲੈਂਡਰ ਉਧਾਰ ਦੇਣ ਵਾਲੇ ਵੱਲੋਂ ਲੋਨ ਦੇਣ ਤੋਂ ਪਹਿਲਾਂ ਸਮਝੌਤੇ ਦੇ ਨਾਲ ਮੰਨੀਆਂ ਜਾਂਦੀਆਂ ਨੇ। ਅਸੀਂ ਜੇਕਰ ਕਿਸੇ ਬੈਂਕ ਦੇ ਕੋਲੋਂ ਜਾਂ ਕਿਸੇ ਪਰਸਨ ਦੇ ਕੋਲੋਂ ਲੋਨ ਲੈਣ ਜਾਂਦੇ ਹਾਂ ਤਾਂ ਉਹ ਸਾਨੂੰ ਕੁਝ ਰਿਟਨ ਦੇ ਵਿੱਚ ਲਿਖ ਕੇ ਪੈਸੇ ਨਹੀਂ ਦੇਵੇਗਾ, ਕਿਉਂਕਿ ਉਸ ਦੇ ਮਨ ਦੇ ਵਿੱਚ ਹਮੇਸ਼ਾ ਇੱਕ ਸਸਪੈਸ਼ਨ, ਇੱਕ ਸ਼ੱਕ ਰਹੇਗਾ ਕਿ ਇਨ ਫਿਊਚਰ ਪਤਾ ਨਹੀਂ ਇਸ ਪਰਸਨ ਨੇ ਮੇਰੇ ਪੈਸੇ ਰਿਟਰਨ ਕਰਦੇ ਨੇ ਜਾਂ ਨਹੀਂ ਕਰਨੇ। ਸੋ ਆਪਣੇ ਪੈਸੇ ਦੀ ਸੇਫਟੀ ਵਾਸਤੇ ਫਿਰ ਲੈਂਡਰ ਸਾਡੇ ਕੋਲੋਂ ਕੋਈ ਅਸੈਟ, ਸਾਡੀ ਜ਼ਮੀਨ ਜਾਇਦਾਦ ਦੇ ਜਾਂ ਕਿਸੇ ਵਾਹੀਕਲ ਦੇ ਪੇਪਰਸ ਲੈ ਕੇ ਆਪਣੇ ਕੋਲੋਂ ਰੱਖ ਲੈਂਦਾ ਹੈ। ਗਰੰਟੀ ਦੇ ਤੌਰ 'ਤੇ ਆਪਣੀ ਜ਼ਮੀਨ ਜਾਇਦਾਦ ਦੇ ਪੇਪਰ ਜਾਂ ਵਾਹੀਕਲ ਦੇ ਪੇਪਰ ਦੇਣ ਤੋਂ ਬਾਅਦ ਫਿਰ ਅਸੀਂ ਜੋ ਕੰਡੀਸ਼ਨਸ ਲਿਖਦੇ ਹਾਂ ਲੋਨ ਦੀਆਂ, ਉਹਦੇ ਵਿੱਚ ਲੋਨ ਦੇ ਉੱਪਰ ਕਿੰਨਾ ਇੰਟਰਸਟ ਲੱਗੇਗਾ ਫਸਟ ਨੰਬਰ 'ਤੇ ਉਹ ਮੈਂਸ਼ਨ ਕੀਤਾ ਜਾਂਦਾ ਹੈ। ਸੈਕਿੰਡ ਵਿੱਚ ਮੈਂਸ਼ਨ ਕੀਤਾ ਜਾਂਦਾ ਕਿ ਇਸ ਲੋਨ ਦੀ ਅਸੀਂ ਰੀਪੇਮੈਂਟ ਕਿਵੇਂ ਕਰਾਂਗੇ, ਕਿ ਇੰਸਟਾਲਮੈਂਟ ਵਿੱਚ ਕਰਾਂਗੇ, ਇੱਕੇ ਵਾਰੀ ਕਰ ਦਾਂਗੇ ਜਾਂ 2 ਵਾਰੀ ਕਰਾਂਗੇ ਜਾਂ ਕਿੰਨੇ ਸਮੇਂ ਬਾਅਦ ਕਰਾਂਗੇ। ਥਰਡ ਦੇ ਵਿੱਚ ਸਾਡੀ ਕੋਲੈਟਰਲ ਜ਼ਮੀਨ ਜਾਇਦਾਦ ਜੋ ਵੀ ਅਸੀਂ ਗਹਿਣੇ ਰੱਖਿਆ ਹੁੰਦਾ ਹੈ, ਜੋ ਜ਼ਮਾਨਤ ਦਿੱਤੀ ਹੁੰਦੀ ਹੈ, ਉਸ ਚੀਜ਼ ਦਾ ਵੇਰਵਾ ਡਿਟੇਲ ਲਿਖੀ ਹੁੰਦੀ ਹੈ। ਫੋਰਥ ਪੁਆਇੰਟ ਕਿ ਲੋਨ ਲੈਣ ਵਾਸਤੇ ਜੋ ਵੀ ਡਾਕੂਮੈਂਟਸ ਰਿਕੁਆਇਰ ਹੋਣ ਉਹ ਨਾਲ ਅਟੈਚ ਕੀਤੇ ਜਾਂਦੇ ਨੇ, ਕਿਉਂਕਿ ਅਗਰ ਅਸੀਂ ਕਿਸੇ ਪਰਸਨ ਦੇ ਕੋਲੋਂ ਪਿੰਡੋਂ ਕੋਈ ਲੋਨ ਲੈਂਦੇ ਹਾਂ ਉਦੋਂ ਸਾਨੂੰ ਕੋਈ ਜ਼ਿਆਦਾ ਪੇਪਰ ਵਰਕ ਨਹੀਂ ਕਰਨਾ ਪੈਂਦਾ, ਅਸੀਂ ਸਮਝੌਤੇ ਦੇ ਨਾਲ ਪੈਸੇ ਲੈ ਲੈਂਦੇ ਹਾਂ। ਪਰ ਜਦੋਂ ਅਸੀਂ ਬੈਂਕ ਦੇ ਵਿੱਚ ਜਾਂਦੇ ਹਾਂ ਬੈਂਕ ਦੇ ਵਿੱਚ ਸਾਨੂੰ ਪੂਰਾ ਪੇਪਰ ਵਰਕ ਕੰਪਲੀਟ ਕਰਨਾ ਪੈਂਦਾ ਹੈ। ਜਿਵੇਂ ਕਿ ਇੱਕ ਫਾਰਮਰ ਵੱਲੋਂ ਲੋਨ ਲੈਣ ਵਾਸਤੇ ਉਸ ਨੂੰ ਆਪਣੀ ਜ਼ਮੀਨ ਦੇ ਤਹਿਸੀਲ ਤੋਂ ਲੈ ਕੇ ਕਾਗਜ਼ ਪੱਤਰ ਜਾਂ ਐਫੀਡੇਵਿਟ ਐਕਸੈਕਟਰਾ ਬੈਂਕ ਵਿੱਚ ਸਬਮਿਟ ਕਰਵਾਉਣਾ ਪੈਂਦਾ ਹੈ।